ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਅੱਜ ਅਸੀਂ ਨਾਇਬ ਤਹਿਸੀਲਦਾਰ ਦੇ ਪਿਛਲੇ ਸਾਲ ਦੇ ਸਾਇੰਸ ਦੇ ਕੁਐਸਚਨਸ ਡਿਸਕਸ ਕਰਾਂਗੇ। ਨਾਓ ਵਾਟ ਇਜ਼ ਦ ਇੰਪੋਰਟੈਂਸ ਆਫ ਡਿਸਕਸਿੰਗ ਪ੍ਰੀਵੀਅਸ ਈਅਰ ਕੁਐਸਚਨਸ। ਇੱਕ ਤਾਂ ਇਸ ਨਾਲ ਨਾ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ ਟੌਪਿਕਸ ਦੀ ਜੋ ਪਿਛਲੀ ਵਾਰ ਆਏ ਸਨ। ਇੱਕ ਹੋਰ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਸਾਨੂੰ ਨਾ ਐਗਜ਼ਾਮ ਦੇ ਪੈਟਰਨ ਤੇ ਡਿਫਿਕਲਟੀ ਲੈਵਲ ਬਾਰੇ ਥੋੜਾ ਆਈਡੀਆ ਲੱਗ ਜਾਂਦਾ ਹੈ ਕਿ ਇਹਨਾਂ ਨੇ ਸਿੰਪਲ ਸਟੈਟਿਕ ਕੁਐਸਚਨਸ ਪੁੱਛੇ ਹਨ ਜਾਂ ਫਿਰ ਕਰੰਟ ਨੂੰ ਸਟੈਟਿਕ ਨਾਲ ਰਿਲੇਟ ਕਰਕੇ ਪੁੱਛਿਆ ਗਿਆ ਹੈ। ਸੋ ਲਾਸਟ ਈਅਰ ਜਿਹੜਾ ਮਈ ਚ ਪੇਪਰ ਹੋਇਆ ਸੀਗਾ ਉਸ ਵਿੱਚ ਸਾਇੰਸ ਦੇ ਸਿਰਫ 3 ਕੁਐਸਚਨਸ ਆਏ ਸੀ, ਬਟ ਦੈਟ ਡਜ਼ਨਟ ਮੀਨ ਕਿ ਤੁਸੀਂ ਉਹ ਸਾਇੰਸ ਸਬਜੈਕਟ ਨੂੰ ਹੁਣ ਸਾਈਡ ਤੇ ਕਰਕੇ ਬਾਕੀ ਸਾਰੀ ਚੀਜ਼ਾਂ ਪ੍ਰਿਪੇਅਰ ਕਰਨੀ ਸ਼ੁਰੂ ਕਰ ਦਿਓ, ਕਿਉਂਕਿ PPSC ਕਦੀ ਵੀ ਪੈਟਰਨ ਆਪਣਾ ਚੇਂਜ ਕਰ ਸਕਦਾ ਹੈ ਤੇ ਹੋ ਸਕਦਾ ਹੈ ਇਸ ਵਾਰ ਸਾਇੰਸ ਦੇ ਕੁਐਸਚਨਸ ਜ਼ਿਆਦਾ ਆ ਜਾਣ। ਸੋ ਪਹਿਲੇ ਕੁਐਸਚਨ ਤੇ ਚੱਲਦੇ ਹਾਂ। ਅ geostationary satellite appears stationary relative to the earth. Such a satellite appears stationary due to its zero relative velocity with respect to a place on the earth. For such a satellite, the angular speed in terms of radians per hour is what? ਹੁਣ geostationary satellite ਕੀ ਹੁੰਦੀ ਹੈ? So let's say we have an earth, ਸਾਡੀ earth ਹੈ and ਅਸੀਂ ਇੱਕ satellite ਨੂੰ ਆਪਣੇ orbit ਵਿੱਚ launch ਕਰ ਦਿੱਤਾ। ਹੁਣ the word geostationary, stationary means ਜੋ ਇੱਕ ਚੀਜ਼ ਇੱਕ ਜਗ੍ਹਾ ਤੇ ਹੀ ਰਹਿੰਦੀ ਹੈ। So geostationary satellite ਉਹ ਹੁੰਦੀ ਹੈ ਜੋ ਸਾਨੂੰ ਲੱਗਦਾ ਹੈ ਕਿ ਇੱਕੋ ਜਗ੍ਹਾ ਤੇ ਫਿਕਸਡ ਹੈ, ਕਿਉਂਕਿ ਉਸ ਦੀ ਜਿਹੜੀ ਸਪੀਡ ਹੈ ਉਹ ਅਰਥ ਦੀ ਜਿਹੜੀ ਰੋਟੇਸ਼ਨ ਵਾਲੀ ਸਪੀਡ ਹੈ ਉਸ ਦੇ ਨਾਲ ਮੈਚ ਹੋਈ ਹੁੰਦੀ ਹੈ। ਸੋ ਇਹ ਜਿਹੜੀ ਸੈਟੇਲਾਈਟ ਹੁੰਦੀਆਂ ਹਨ ਇਹ ਇੱਕ ਜਗ੍ਹਾ ਨੂੰ ਜੇ ਆਬਜ਼ਰਵ ਕਰਨਾ ਹੈ ਸਾਰੇ ਟਾਈਮ ਲਈ, ਉਸ ਪਰਪਸ ਲਈ ਯੂਜ਼ ਕੀਤੀ ਜਾਂਦੀ ਹੈ। ਹੁਣ ਇਹ ਪੁੱਛ ਰਹੇ ਹਨ ਕਿ for such a satellite the angular speed in terms of radians per hour is। ਹੁਣ as we discussed ਸਾਡੇ ਕੋਲ ਜਿਹੜੀ ਅਰਥ ਹੈ geostationary satellite ਸੇਮ ਸਪੀਡ ਨਾਲ ਹੀ ਜਾਂਦੀ ਹੈ ਜਿਸ ਸਪੀਡ ਨਾਲ ਅਰਥ ਰੋਟੇਟ ਕਰ ਰਹੀ ਹੈ। ਹੁਣ ਅਰਥ ਨੂੰ ਜੇ ਦੇਖੀਏ ਇਹ ਜੇ ਰੋਟੇਟ ਕਰ ਰਹੀ ਹੈ ਤੇ ਇਹ 360 ਡਿਗਰੀ ਐਂਗਲ ਬਣਾ ਰਹੀ ਹੈ, 24 ਘੰਟਿਆਂ 'ਚ ਆਪਣੀ ਇਹ ਰੋਟੇਸ਼ਨ ਕੰਪਲੀਟ ਕਰਦੀ ਹੈ। ਇਨ ਐਂਗੂਲਰ ਟਰਮਸ 360 ਡਿਗਰੀ ਡਿਸਟੈਂਸ ਨੂੰ ਕਿਹਾ ਜਾਂਦਾ ਹੈ 2 ਪਾਈ ਐਂਡ ਸਪੀਡ ਦਾ ਕੀ ਫਾਰਮੂਲਾ ਆਉਂਦਾ ਹੈ ਡਿਸਟੈਂਸ ਓਵਰ ਟਾਈਮ। ਸੋ ਸਾਡੇ ਕੋਲ ਸਪੀਡ ਆ ਜਾਂਦੀ ਹੈ ਡਿਸਟੈਂਸ ਓਵਰ ਟਾਈਮ, ਜਿਸ ਵਿੱਚ ਡਿਸਟੈਂਸ ਸਾਡੇ ਕੋਲ ਹੈ 2 ਪਾਈ, ਕਿਉਂਕਿ ਅਰਥ ਦਾ ਹੀ ਅਸੀਂ ਦੇਖਣਾ ਕਿ ਅਰਥ ਨੇ ਕਿੰਨਾ ਡਿਸਟੈਂਸ ਕੰਪਲੀਟ ਕੀਤਾ ਐਂਡ ਕਿੰਨੇ ਟਾਈਮ ਵਿੱਚ 24 ਆਵਰਸ ਵਿੱਚ। ਹੁਣ ਜੇ ਅਸੀਂ ਸਿੰਪਲ ਮੈਥ ਲਾਈਏ ਤੇ ਸਾਡੇ ਕੋਲ ਆਪਸ਼ਨ ਸਾਡੇ ਕੋਲ ਆਂਸਰ ਆ ਜਾਂਦਾ ਹੈ π/12 ਜੋ ਕਿ ਹੈ D। ਸੋ ਇਸ ਦਾ ਕਰੈਕਟ ਆਂਸਰ ਇਜ਼ D, π/12। ਅੱਗੇ ਵਧਦੇ ਹਾਂ। ਨੈਕਸਟ ਕੁਐਸਚਨ ਵਾਸ ਵੈਰੀ ਸਿੰਪਲ। ਜੇ ਤੁਹਾਨੂੰ ਇਸ ਮਸਕੀਟੋ ਦੇ ਬਾਰੇ ਚ ਪਤਾ ਹੈ ਤੇ ਬਹੁਤ ਈਜ਼ੀਲੀ ਇਹ ਆਪਸ਼ਨਸ ਤੋਂ ਹੀ ਆਂਸਰ ਆ ਜਾਏਗਾ। ਅ ਬਾਇਓਟੈਕ ਫਰਮ Oxitec constructed genetically engineered mosquitoes, Aedes aegypti, and got them released into the environment. Which of the following represents the main mandate of releasing genetically engineered mosquitoes into the environment? ਹੁਣ ਜੇ ਤੁਹਾਨੂੰ ਪਤਾ ਹੋਏ ਜਿਹੜਾ Aedes ਮਸਕੀਟੋ ਹੈ ਇਹ ਡੇਂਗੂ ਨੂੰ ਫੈਲਾਉਂਦਾ ਹੈ। ਡੇਂਗੂ, ਜ਼ੀਕਾ, ਚਿਕਨਗੁਨੀਆ, ਯੈਲੋ ਫੀਵਰ ਇਹ ਸਾਰੇ ਏਡੀਜ਼ ਮਸਕੀਟੋ ਨਾਲ ਹੀ ਫੈਲਦੇ ਹਨ। ਸੋ ਜੇ ਤੁਸੀਂ ਆਪਸ਼ਨ ਵੇਖੋ B option, to control viral diseases like Zika, dengue, chikungunya and yellow fever for which mosquitoes are the carriers. This will be your correct answer. ਮਲੇਰੀਆ ਹੋ ਨਹੀਂ ਸਕਦਾ ਕਿਉਂਕਿ ਮਲੇਰੀਆ ਕਿਸ ਮਸਕੀਟੋ ਦੇ ਥਰੂ ਸਪਰੈਡ ਹੁੰਦਾ ਹੈ ਫੀਮੇਲ ਐਨੋਫਿਲੀਜ਼ ਦੇ। ਸੋ ਇਹਦਾ ਕਰੈਕਟ ਆਪਸ਼ਨ ਹੈ ਆਪਸ਼ਨ B। ਨੈਕਸਟ ਜਿਹੜਾ ਲਾਸਟ ਕੁਐਸਚਨ ਜੋ ਆਇਆ ਸੀਗਾ ਲਾਸਟ ਈਅਰ ਸਾਇੰਸ ਵਿੱਚ ਉਹ ਸੀ which of the following is not a connective tissue। ਹੁਣ ਸਾਡੀ ਬੋਡੀ ਵਿੱਚ 4 ਟਾਈਪਸ ਆਫ ਟਿਸ਼ੂ ਹੁੰਦੇ ਹਨ। ਇੱਕ ਹੁੰਦਾ ਸਾਡਾ ਐਪੀਥੀਲੀਅਲ ਟਿਸ਼ੂ ਜੋ ਤੁਹਾਨੂੰ ਸਕਿਨ ਦੇ ਅੰਦਰ ਵੀ ਪਾਇਆ ਜਾਂਦਾ ਹੈ। ਨੈਕਸਟ ਸਾਡੇ ਕੋਲ ਆ ਗਿਆ ਇੱਕ ਕਨੈਕਟਿਵ ਟਿਸ਼ੂ, ਇੱਕ ਹੁੰਦਾ ਹੈ ਮਸਕੂਲਰ ਟਿਸ਼ੂ ਐਂਡ ਇੱਕ ਹੁੰਦਾ ਹੈ ਨਰਵਸ ਟਿਸ਼ੂ। ਹੁਣ ਜੇ ਤੁਹਾਨੂੰ ਇਹ 4 ਟਾਈਪਸ ਆਫ ਟਿਸ਼ੂ ਪਤਾ ਸਨ ਤਾਂ ਇਹਦਾ ਆਂਸਰ ਈਜ਼ੀਲੀ ਆ ਜਾਏਗਾ ਮਸਕੂਲਰ ਟਿਸ਼ੂ। ਹੁਣ ਇਸ ਵਿੱਚ ਬੋਨ ਇਜ਼ ਅ ਕਨੈਕਟਿਵ ਟਿਸ਼ੂ। ਕਨੈਕਟਿਵ ਟਿਸ਼ੂ ਹੁੰਦਾ ਕੀ ਹੈ? ਕਨੈਕਟਿਵ ਟਿਸ਼ੂ ਇਜ਼ ਅ ਟਿਸ਼ੂ which
ਕਨੈਕਟਸ ਔਰ ਸੈਪਰੇਟਸ ਡਿਫਰੈਂਟ ਟਿਸ਼ੂਜ਼ ਐਂਡ organs ਜਾਂ ਫਿਰ ਡਿਫਰੈਂਟ ਪਾਰਟਸ ਆਫ ਦ ਬੋਡੀ, ਜਿਸ ਵਿੱਚ ਸਾਡੇ ਕੋਲ ਬੋਨ ਆ ਜਾਂਦੀ ਹੈ। ਬੋਨ ਇਜ਼ ਅ ਕਨੈਕਟਿਵ ਟਿਸ਼ੂ, ਇਹ ਇੱਕ ਸਟਰਕਚਰ ਪ੍ਰੋਵਾਈਡ ਕਰਦੀ ਹੈ ਸਾਡੀ ਬੋਡੀ ਨੂੰ। ਨੈਕਸਟ ਆ ਜਾਂਦਾ ਹੈ ਕਾਰਟਿਲੇਜ। ਕਾਰਟਿਲੇਜ ਇਜ਼ ਆਲਸੋ ਅ ਕਨੈਕਟਿਵ ਟਿਸ਼ੂ। ਤੁਸੀਂ ਜੇ ਵੇਖੋਗੇ ਤੁਹਾਡਾ ਜਿਹੜਾ ਕੰਨ ਹੈ ਇਹ ਥੋੜਾ ਜਿਹਾ ਫਲੈਕਸੀਬਲ ਹੈ, ਬਟ ਸਟਿਲ ਇਟ ਡਜ਼ਨਟ seem so rigid like a bone, so this is a cartilage. Even nose ਵਿੱਚ ਹਿਊਮਨ ਬੋਡੀ ਦੇ ਇਹ ਨੋਜ਼ ਦੀ ਬੋਨ ਹੈ ਐਂਡ ਇਹਦੇ ਜਿਹੜੇ ਥੱਲੇ ਜਿਹੜਾ ਥੋੜਾ ਫਲੈਕਸੀਬਲ ਚੀਜ਼ ਹੈ ਇਹਨੂੰ ਕਾਰਟਿਲੇਜ ਕਹਿੰਦਾ ਹੈ। ਸੋ ਦਿਸ ਇਜ਼ ਆਲਸੋ ਅ ਕਨੈਕਟਿਵ ਟਿਸ਼ੂ। ਐਡੀਪੋਜ਼ ਟਿਸ਼ੂ, ਐਡੀਪੋਜ਼ ਟਿਸ਼ੂ ਵੀ ਇੱਕ ਕਨੈਕਟਿਵ ਟਿਸ਼ੂ ਹੈ। ਇਟ ਇਜ਼ ਰਿਲੇਟਡ ਟੂ ਪ੍ਰੋਵਾਈਡਿੰਗ ਫੈਟ। ਜਿਹੜਾ ਫੈਟ ਹੁੰਦਾ ਹੈ ਸਾਡੇ ਵਿਸਰਲ organs ਦੇ ਅੰਦਰ, ਸਾਡੇ ਮਸਲਸ ਦੇ ਨਾਲ ਜਿਹੜਾ ਹੁੰਦਾ ਹੈ ਉਹ ਐਡੀਪੋਜ਼ ਟਿਸ਼ੂ ਦਾ ਹੀ ਬਣਿਆ ਹੁੰਦਾ ਹੈ। ਸੋ ਦ ਕਰੈਕਟ ਆਪਸ਼ਨ ਇਜ਼ ਡੀ, ਮਸਕੂਲਰ ਟਿਸ਼ੂ। ਸਟੈਟਿਕ ਸਾਇੰਸ ਤੋਂ ਰਿਲੇਟਡ ਲਾਸਟ ਈਅਰ ਬਸ ਇਹੀ ਕੁਐਸਚਨਸ ਆਏ ਸਨ। ਵੀ ਹੋਪ ਕਿ ਤੁਹਾਡੀ ਐਗਜ਼ਾਮ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੈ। ਕਿਸੇ ਵੀ ਪ੍ਰਕਾਰ ਦੀ ਗਾਈਡੈਂਸ ਜਾਂ ਕਾਉਂਸਲਿੰਗ ਦੀ ਜੇ ਤੁਹਾਨੂੰ ਲੋੜ ਹੈ ਤਾਂ ਤੁਸੀਂ ਕਿਸੇ ਵੀ ਟਾਈਮ CBL ਨੂੰ ਕੰਟੈਕਟ ਕਰ ਸਕਦੇ ਹੋ। ਧੰਨਵਾਦ।